फर्स्ट सैमुअल चैप्टर 16 सैमुअल ਦਾ 16ਵਾਂ ਪਾਪ ਪਹਿਲੇ ਦਾ ਸੋ ਆਓ। ਹਾਂਜੀ। ਦਾਊਦ ਰਾਜਾ ਬਣਨ ਲਈ ਅਭਿਸ਼ੇਕ। ਤਦ ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਤੂੰ ਸਾਊਲ ਦੇ ਲਈ ਕਦੋਂ ਤੱਕ ਸੋਗ ਕਰਦਾ ਰਹੇਗਾ? ਮੈਂ ਉਸਨੂੰ ਇਸਰਾਇਲ ਦੀ ਰਾਜ ਗੱਦੀ ਤੋਂ ਰੱਦ ਦਿੱਤਾ ਹੈ। ਤੂੰ ਹੁਣ ਆਪਣੀ ਤੇਲ ਵਾਲੀ ਕੁੱਪੀ ਵਿੱਚ ਤੇਲ ਭਰ ਕੇ ਬੈਤਲਹਮ ਨੂੰ ਜਾ। ਮੈਂ ਉੱਥੇ ਜੱਸੀ ਦੇ ਪੁੱਤਰ ਨੂੰ ਇਸਰਾਇਲ ਦਾ ਰਾਜਾ ਹੋਣ ਦੇ ਲਈ ਚੁਣਿਆ ਹੈ। ਸੈਮੂਅਲ ਨੇ ਉੱਤਰ ਦਿੱਤਾ, ਮੈਂ ਇਹ ਕਿਸ ਤਰ੍ਹਾਂ ਕਰ ਸਕਦਾ ਹਾਂ? ਜੇਕਰ ਸਾਊਲ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਮੈਨੂੰ ਕਤਲ ਕਰ ਦੇਵੇਗਾ। ਪ੍ਰਭੂ ਨੇ ਉੱਤਰ ਦਿੱਤਾ, ਤੂੰ ਇੱਕ ਬੱਚਾ ਆਪਣੇ ਨਾਲ ਲੈ ਕੇ ਕਹਿਣਾ ਕਿ ਤੂੰ ਉੱਥੇ ਪ੍ਰਭੂ ਸਾਹਮਣੇ ਇੱਕ ਬਲੀ ਚੜਾਉਣ ਜਾ ਰਿਹਾ ਹੈ। ਤੂੰ ਬਲੀ ਚੜਾਉਣ ਸਮੇਂ ਜੱਸੀ ਨੂੰ ਉੱਥੇ ਸੱਦਾ ਦੇਣਾ। ਮੈਂ ਤੈਨੂੰ ਉਸ ਘੜੀ ਦੱਸਾਂਗਾ ਕਿ ਤੂੰ ਕੀ ਕਰਨਾ ਹੈ। ਉੱਥੇ ਜਿਸ ਨੂੰ ਮੈਂ ਚੁਣਾ ਅਤੇ ਤੇਰੇ ਤੇ ਪ੍ਰਗਟ ਕਰਾਂ, ਤੂੰ ਉਸ ਦਾ ਅਭਿਸ਼ੇਕ ਕਰਨਾ। ਸੈਮੂਅਲ ਨੇ ਪ੍ਰਭੂ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਬੈਤਲਹਮ ਨੂੰ ਗਿਆ। ਸ਼ਹਿਰ ਦੇ ਬਜ਼ੁਰਗ ਸੈਮੂਅਲ ਨੂੰ ਬੈਤਲਹਮ ਵਿੱਚ ਦੇਖ ਕੇ ਉਸ ਦੇ ਕੋਲ ਕੰਬਦੇ ਤੇ ਡਰਦੇ ਆਏ ਅਤੇ ਬੋਲੇ, ਕੀ ਤੁਸੀਂ ਸ਼ਾਂਤੀਪੂਰਵਕ ਖਬਰ ਲੈ ਕੇ ਆਏ ਹੋ? ਸੈਮੂਅਲ ਨੇ ਉੱਤਰ ਦਿੱਤਾ, ਹਾਂ, ਮੈਂ ਇੱਥੇ ਪ੍ਰਭੂ ਸਾਹਮਣੇ ਬਲੀ ਚੜਾਉਣ ਆਇਆ ਹਾਂ। ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰਕੇ ਮੇਰੇ ਨਾਲ ਆਵੋ। ਉਸਨੇ ਜੱਸੀ ਅਤੇ ਉਸਦੇ ਪੁੱਤਰ ਨੂੰ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਕਿਹਾ ਅਤੇ ਉਹਨਾਂ ਨੂੰ ਆਪਣੇ ਨਾਲ ਆਉਣ ਦਾ ਸੱਦਾ ਦਿੱਤਾ। ਜਦੋਂ ਉਹ ਸਭ ਆ ਗਏ ਤਾਂ ਸੈਮੂਅਲ ਨੇ ਜੱਸੀ ਦੇ ਪੁੱਤਰ ਅਲੀਆਬ ਨੂੰ ਦੇਖ ਕੇ ਆਪਣੇ ਆਪ ਨੂੰ ਕਿਹਾ, ਜ਼ਰੂਰ ਇਸ ਨੂੰ ਜੋ ਪ੍ਰਭੂ ਦੇ ਸਾਹਮਣੇ ਖੜਾ ਹੈ ਉਸਨੇ ਆਪਣੇ ਲਈ ਚੁਣਿਆ ਹੋਵੇਗਾ। ਪਰ ਪ੍ਰਭੂ ਨੇ ਉਸਨੂੰ ਕਿਹਾ, ਤੂੰ ਕੇਵਲ ਉੱਚਾ ਲੰਮਾ ਜਾਂ ਸੁੰਦਰਤਾ ਨੂੰ ਨਾ ਦੇਖ। ਮੈਂ ਇਸ ਨੂੰ ਰੱਦ ਦਿੱਤਾ ਹੈ ਕਿਉਂਕਿ ਮੇਰੀ ਚੋਣ ਮਨੁੱਖ ਵਰਗੀ ਨਹੀਂ ਹੈ। ਮਨੁੱਖ ਕੇਵਲ ਬਾਹਰਲੀ ਸੁੰਦਰਤਾ ਨੂੰ ਦੇਖਦਾ ਹੈ, ਪਰ ਮੈਂ ਮਨ ਦੀ ਸੁੰਦਰਤਾ ਨੂੰ ਦੇਖਦਾ ਹਾਂ। ਤਦ ਜੱਸੀ ਨੇ ਆਪਣੇ ਪੁੱਤਰ ਅਬੀਨਾਦਾਬ ਨੂੰ ਸੈਮੂਅਲ ਦੇ ਅੱਗੇ ਕੀਤਾ, ਪਰ ਸੈਮੂਅਲ ਨੇ ਕਿਹਾ, ਨਹੀਂ, ਪ੍ਰਭੂ ਨੇ ਇਸ ਨੂੰ ਨਹੀਂ ਚੁਣਿਆ। ਸੋ ਜੱਸੀ ਨੇ ਆਪਣੇ ਅਗਲੇ ਪੁੱਤਰ ਸਮਾ ਨੂੰ ਅੱਗੇ ਕੀਤਾ, ਪਰ ਸੈਮੂਅਲ ਨੇ ਉੱਤਰ ਦਿੱਤਾ, ਨਹੀਂ, ਪ੍ਰਭੂ ਨੇ ਇਸ ਨੂੰ ਵੀ ਨਹੀਂ ਚੁਣਿਆ। ਅੰਤ ਜੱਸੀ ਨੇ ਆਪਣੇ 7 ਪੁੱਤਰ ਸੈਮੂਅਲ ਸਾਹਮਣੇ ਪੇਸ਼ ਕੀਤੇ, ਪਰ ਉਸਨੇ ਕਿਹਾ, ਇਹਨਾਂ ਵਿੱਚੋਂ ਕਿਸੇ ਨੂੰ ਵੀ ਪ੍ਰਭੂ ਨੇ ਨਹੀਂ ਚੁਣਿਆ ਹੈ। ਤਦ ਸੈਮੂਅਲ ਨੇ ਜੱਸੀ ਤੋਂ ਪੁੱਛਿਆ, ਕੀ ਤੇਰਾ ਹੋਰ ਕੋਈ ਪੁੱਤਰ ਹੈ? ਜੱਸੀ ਨੇ ਉੱਤਰ ਦਿੱਤਾ, ਹਾਂ, ਇੱਕ ਸਭ ਤੋਂ ਛੋਟਾ ਹੈ, ਪਰ ਉਹ ਭੇਡਾਂ ਦੀ ਰਖਵਾਲੀ ਕਰ ਰਿਹਾ ਹੈ। ਸੈਮੂਅਲ ਨੇ ਕਿਹਾ, ਉਸਨੂੰ ਤੁਰੰਤ ਸੱਦ, ਕਿਉਂਕਿ ਜਦੋਂ ਤੱਕ ਉਹ ਆ ਨਹੀਂ ਜਾਵੇਗਾ ਅਸੀਂ ਬੈਠਾਂਗੇ ਨਹੀਂ। ਇੱਥੇ ਤੱਕ ਪੜ੍ਹਨਾ ਪਾਸਟਰ ਜੀ? ਸੋ ਇੱਥੇ ਜਿਹੜਾ ਜ਼ਬੂਰ ਜਿਹੜਾ ਇੱਥੇ ਆਉਂਦਾ ਆ ਉਹ ਹੈ ਜ਼ਬੂਰ 39 39 ਜ਼ਬੂਰ 39 ਜ਼ਬੂਰ। ਸੋ ਪ੍ਰਭੂ ਨੇ ਸੈਮੂਅਲ ਨੂੰ ਘੱਲਿਆ, ਉਸੇ ਤਰ੍ਹਾਂ ਘੱਲਿਆ ਕਿ ਜਾ ਤੂੰ ਔਰ ਜਾ ਕੇ ਯੱਸੀ ਦੇ ਪੁੱਤਰ ਨੂੰ, ਜੋ ਕਿ ਯਹੂਦਾ ਦੇ ਕਬੀਲੇ ਦੇ ਵਿੱਚੋਂ, ਉਸ ਨੂੰ ਜਾ ਕੇ ਤੂੰ ਵੱਖਰਾ ਕਰ, ਔਰ ਜਿਸ ਬਾਰੇ ਮੈਂ ਦੱਸਾਂਗਾ ਤੂੰ ਉਸ ਦੇ ਉੱਤੇ ਉਸ ਨੂੰ ਅਭਿਸ਼ੇਕ ਕਰਨਾ, ਉਸ ਦੇ ਉੱਤੇ ਆਪਣਾ ਤੇਲ। ਸੋ ਜਿਸ ਵੇਲੇ ਉਹ ਗਿਆ ਆ ਤਾਂ ਉਹ ਕਹਿੰਦਾ ਕਿ ਸਾਊਲ ਤਾਂ ਮੈਨੂੰ ਕਤਲ ਕਰ ਦੇਗਾ, ਕਿਉਂਕਿ ਉਸਨੇ ਤਾਂ ਸਾਊਲ ਨੂੰ ਆਲਰੇਡੀ ਦੱਸ ਦਿੱਤਾ ਹੈ ਕਿ ਪ੍ਰਭੂ ਨੇ ਕਿਸੇ ਹੋਰ ਨੂੰ ਚੁਣ ਲਿਆ ਤੇਰੀ ਜਗ੍ਹਾ ਤੇ ਉਸਨੇ ਤੇਰੇ ਗੁਆਂਢੀ ਨੂੰ ਚੁਣ ਲਿਆ ਹੈ। ਸੋ ਹੁਣ ਪ੍ਰਭੂ ਉਸ ਦੇ ਨਾਲ ਰਹੇਗਾ, ਪ੍ਰਭੂ ਉਸ ਨੂੰ ਰਾਜਾ ਬਣਾਏਗਾ, ਉਸਨੇ ਤੇਰਾ ਰਾਜ ਖੋਹ ਲਿਆ ਹੈ। ਸੋ ਸਾਊਲ ਨੇ ਆਲਰੇਡੀ ਬੰਦੇ ਪਿੱਛੇ ਲਾਏ ਹੋਏ ਵੀ ਇਹ ਕਿਹਨੂੰ ਜਾ ਕੇ ਚੁਣਦਾ, ਕਿਹਨੂੰ ਅਭਿਸ਼ੇਕ ਕਰਦਾ, ਕਿਉਂਕਿ ਹੁਣ ਸਾਊਲ ਦਾ ਜਿਹੜਾ ਦਿਮਾਗ ਆ ਬਿਲਕੁਲ ਉਹ ਵੱਖਰੇ ਕਿਸਮ ਦੇ ਨਾਲ ਚੱਲ ਰਿਹਾ। ਸੋ ਉਸਨੇ ਕਿਹਾ ਕਿ ਸਾਊਲ ਨੇ ਤਾਂ ਮੈਨੂੰ ਮਾਰ ਦੇਣਾ, ਔਰ ਜਿਹਦਾ ਮੈਂ ਅਭਿਸ਼ੇਕ ਕਰਨਾ ਉਹਨੇ ਉਹਨੂੰ ਵੀ ਮਾਰ ਦੇਣਾ। ਸੋ ਪ੍ਰਭੂ ਨੇ ਕਿਹਾ, ਨਹੀਂ, ਤੂੰ ਜਾ ਔਰ ਜਾ ਕੇ ਤੂੰ ਉੱਥੇ ਬਲੀ ਦੇ ਲਈ ਜਾ, ਆਪਣੇ ਨਾਲ ਇੱਕ ਬੱਚਾ ਲੈ ਜਾ ਔਰ ਬਲੀ ਉੱਥੇ ਜਾ ਕੇ ਦੇ। ਸੋ ਸੈਮੂਅਲ ਦੀ ਖਾਤਰ ਸੀਗਾ ਜੋ ਪ੍ਰਭੂ ਨੇ ਉਸਨੂੰ ਕਿਹਾ। ਉਹ ਗਿਆ, ਉਸਨੇ ਉਹਨਾਂ ਦੇ ਪੁੱਤਰਾਂ ਨੂੰ ਬੁਲਾਇਆ, ਇੱਕ ਇੱਕ ਕਰਕੇ ਅੱਗੇ ਆ ਰਹੇ ਆ, ਔਰ ਉਹਨਾਂ ਵਿੱਚੋਂ ਕੋਈ ਵੀ ਨਹੀਂ। ਅਜੀਬ ਚੀਜ਼ ਆ ਇਹ ਦੇਖਣ ਵਾਲੀ ਕਿ ਬਾਪ ਨੇ ਵੀ ਦਾਊਦ ਨੂੰ ਨਹੀਂ ਬੁਲਾਇਆ, ਬਾਪ ਨੇ ਵੀ ਦਾਊਦ ਨੂੰ ਨਹੀਂ ਬੁਲਾਇਆ ਕਿ ਮੇਰਾ ਇੱਕ ਹੋਰ ਵੀ ਪੁੱਤਰ ਹੈ, ਜਾਓ ਉਸਨੂੰ ਵੀ ਬੁਲਾਓ। ਆਪਣੇ ਨੌਕਰ ਘੱਲ ਸਕਦਾ ਸੀ ਭੇਡਾਂ ਦੀ ਰਾਖੀ ਤੇ, ਲੇਕਿਨ ਉਸਨੂੰ ਨਹੀਂ ਬੁਲਾਇਆ। ਸੋ ਉਹਨਾਂ ਨੇ ਕੱਲੇ ਕੱਲੇ ਨੂੰ ਦੇਖਿਆ, ਉਸਨੇ ਕਿਹਾ ਇਹਨਾਂ ਵਿੱਚੋਂ ਤਾਂ ਕੋਈ ਵੀ ਨਹੀਂ,
ਸੋ ਦਾਊਦ ਨੂੰ ਉਸਨੇ ਬੁਲਾਇਆ, ਔਰ ਜਦ ਉਸਨੇ ਦਾਊਦ ਨੂੰ ਦੇਖਿਆ, ਉਸਨੇ ਕਿਹਾ ਕਿ ਇੱਕ ਹੈ ਜੋ ਭੇਡਾਂ ਦੀ ਰਖਵਾਲੀ ਕਰ ਰਿਹਾ, ਇੱਕ ਹੈ ਜੋ ਭੇਡਾਂ ਦੀ ਰਖਵਾਲੀ ਕਰ ਰਿਹਾ। ਔਰ ਸੈਮੂਅਲ ਵੀ ਇੱਥੇ ਸੋਚਦਾ ਕਿ ਆਹ ਜਿਹੜਾ ਮੁੰਡਾ ਆ, ਉੱਚਾ ਲੰਬਾ ਆ, ਤਕੜਾ ਆ, ਪ੍ਰਭੂ ਨੇ ਇਸ ਨੂੰ ਹੀ ਚੁਣਿਆ ਹੋਣਾ। ਪ੍ਰਭੂ ਕਹਿੰਦਾ ਨਹੀਂ, ਤੂੰ ਤਾਂ ਬਾਹਰਲੀਆਂ ਚੀਜ਼ਾਂ ਨੂੰ ਦੇਖਦਾ ਪਿਆ, ਮੈਂ ਤਾਂ ਅੰਤ ਕਰਨ ਨੂੰ ਦੇਖਦਾ, ਮੈਂ ਤਾਂ ਇਨਸਾਨ ਦੇ ਮਨ ਨੂੰ ਦੇਖਦਾ, ਔਰ ਮੇਰਾ ਚੁਣਾਵ ਉਸਦੇ ਮਨ ਤੋਂ ਹੁੰਦਾ, ਨਾ ਕਿ ਬਾਹਰਲੇ ਤਨ ਤੋਂ ਹੁੰਦਾ। ਔਰ ਜਿਸ ਲਈ ਉਸਨੇ ਕਿਹਾ ਕਿ ਹਾਂ ਇੱਕ ਮੇਰਾ ਛੋਟਾ ਪੁੱਤਰ, ਤਾਂ ਸੈਮੂਅਲ ਨੇ ਕਿਹਾ ਕਿ ਤੁਰੰਤ ਉਸਨੂੰ ਬੁਲਾ, ਜਿੰਨੀ ਦੇਰ ਤੱਕ ਉਹ ਆਏਗਾ ਨਹੀਂ ਓਨੀ ਦੇਰ ਤੱਕ ਅਸੀਂ ਬੈਠਾਂਗੇ ਨਹੀਂ। ਸੋ ਉਸਨੂੰ ਹੁਣ ਸੁਨੇਹਾ ਘੱਲਿਆ ਗਿਆ। ਸੋ ਆਓ ਇਸ ਨੂੰ ਅਸੀਂ ਦੇਖਾਂਗੇ 13 ਆਇਤ ਤੱਕ, 12-13 ਜਿਹੜੀ ਆਇਤ ਆ ਇਸ ਨੂੰ ਦੇਖਾਂਗੇ। ਸੋ ਜੱਸੀ ਨੇ ਆਪਣੇ ਛੋਟੇ ਪੁੱਤਰ ਨੂੰ ਸੱਦਣ ਲਈ ਘੱਲਿਆ। ਉਹ ਬਹੁਤ ਸੁੰਦਰ ਅਤੇ ਸਿਹਤਮੰਦ ਸੀ, ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਇਹੀ ਹੈ, ਇਸ ਦਾ ਅਭਿਸ਼ੇਕ ਕਰ। ਸੈਮੂਅਲ ਨੇ ਤੁਰੰਤ ਆਪਣੀ ਜੈਤੂਨ ਦੇ ਤੇਲ ਦੀ ਕੁੱਪੀ ਲਈ ਅਤੇ ਜੱਸੀ ਦੇ ਸਭ ਤੋਂ ਛੋਟੇ ਪੁੱਤਰ ਦਾਊਦ ਦਾ ਅਭਿਸ਼ੇਕ ਉਸਦੇ ਭਰਾਵਾਂ ਦੇ ਸਾਹਮਣੇ ਕੀਤਾ। ਪ੍ਰਭੂ ਦਾ ਆਤਮਾ ਤੁਰੰਤ ਪੂਰੀ ਸ਼ਕਤੀ ਨਾਲ ਦਾਊਦ ਉੱਤੇ ਉਤਰ ਆਇਆ ਅਤੇ ਉਸ ਦਿਨ ਤੋਂ ਉਹ ਉਸਦੇ ਨਾਲ ਰਿਹਾ। ਇਹ ਕੰਮ ਕਰਕੇ ਸੈਮੂਅਲ ਉੱਥੋਂ ਰਾਮਾ ਨੂੰ ਚਲਾ ਗਿਆ। ਉੱਥੋਂ ਰਾਮਾ ਨੂੰ ਚਲਾ ਗਿਆ, ਰਾਮਾ ਦੇ ਵਿੱਚੋਂ ਜਿੱਥੇ ਦਾ ਉਸਦਾ ਜੰਮਪਲ ਸੀਗਾ। ਸੋ ਇੱਥੇ ਅਸੀਂ ਦੂਸਰੀ ਚੀਜ਼ ਜਿਹੜੀ ਹੁਣ ਅਸੀਂ ਦੇਖਦੇ ਪਏ ਹਾਂ ਕਿ ਸੈਮੂਅਲ ਨੇ ਹੁਣ ਆਪਣਾ ਜਿਹੜਾ ਕੰਮ ਸੀ ਉਹ ਖਤਮ ਕਰ ਦਿੱਤਾ। ਪ੍ਰਭੂ ਨੇ ਸੈਮੂਅਲ ਦੇ ਰਾਹੀਂ 2 ਰਾਜੇ ਚੁਣੇ। ਇੰਨੀ ਬਰਕਤ ਉਸ ਬੱਚੇ ਨੂੰ ਪ੍ਰਭੂ ਨੇ ਦਿੱਤੀ, ਔਰ ਉਸਦੇ ਰਾਹੀਂ ਪਹਿਲਾਂ ਸਾਊਲ ਦਾ ਅਭਿਸ਼ੇਕ ਹੋਇਆ, ਫਿਰ ਦਾਊਦ ਦਾ ਹੋਇਆ, ਔਰ ਹੁਣ ਅਸੀਂ ਸਹੀ ਜਗ੍ਹਾ ਦੇ ਉੱਤੇ ਪਹੁੰਚੇ ਹਾਂ। ਹੁਣ ਅਸੀਂ ਉਸ ਲਹੂ ਦੀ ਲਾਈਨ ਦੇ ਉੱਤੇ ਪਹੁੰਚੇ ਹਾਂ ਜੋ ਅਦਨ ਦੇ ਬਾਗ ਤੋਂ ਚੱਲੀ ਆ ਰਹੀ, ਔਰ ਜਿਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਨਮ ਲਿਆ। ਕਿਉਂਕਿ ਦਾਊਦ ਦਾ ਪੁੱਤਰ ਵੀ ਯਿਸੂ ਨੇ ਕਹਾਉਣਾ, ਉਸਨੂੰ ਆਵਾਜ਼ ਮਾਰਨੀ ਜਿਸ ਲਈ, ਤੇ ਇਹ ਕਹਿ ਕੇ ਇੱਕ ਅੰਨੇ ਨੇ ਆਵਾਜ਼ ਦਿੱਤੀ ਸੀ, ਦਾਊਦ ਦੇ ਪੁੱਤਰ ਮੇਰੇ ਤੇ ਰਹਿਮ ਕਰ। ਉਸਨੇ ਕਿਹਾ ਤੂੰ ਕੀ ਚਾਹੁੰਦਾ? ਕਹਿੰਦਾ ਮੈਂ ਅੱਖਾਂ ਚਾਹੁੰਦਾ, ਮੈਂ ਦੇਖਣਾ ਚਾਹੁੰਦਾ। ਯਿਸੂ ਨੇ ਕਿਹਾ ਫਿਰ ਦੇਖ, ਔਰ ਦੇਖਦਾ ਹੋਇਆ ਵਾਪਸ ਗਿਆ। ਸੋ ਅਸੀਂ ਜਿਸ ਲਈ ਪ੍ਰਭੂ ਦੇ ਇਸ ਹਿੱਸੇ ਦੇ ਵਿੱਚ ਆਉਣੇ ਪਏ ਆ, ਸੋ ਹੁਣ ਉਹ ਜਿਹੜੀ ਬਲੱਡ ਲਾਈਨ ਆ ਉਹ ਇੱਥੇ ਆ ਕੇ ਜੁੜ ਗਈ, ਔਰ ਇੱਥੇ ਉਸਨੇ ਕਿਉਂਕਿ ਰਾਜ ਗੱਦੀ, ਰਾਜ ਦੰਡ ਜਿਹੜਾ ਸੀ ਉਹ ਯਹੂਦਾ ਦੇ ਕਬੀਲੇ ਦੇ ਕੋਲ ਹੋਣਾ ਸੀ, ਔਰ ਇਸ ਕਰਕੇ ਪ੍ਰਭੂ ਨੇ ਹੁਣ ਯਹੂਦਾ ਦੇ ਕਬੀਲੇ ਦੇ ਵਿੱਚੋਂ ਦਾਊਦ ਨੂੰ ਰਾਜਾ ਹੋਣ ਦੇ ਲਈ ਚੁਣਿਆ, ਔਰ ਉਹ ਸਭ ਤੋਂ ਛੋਟਾ ਹੈ, ਬੱਚਾ ਹੈ, ਬਾਲਕ, 15 ਸਾਲਾਂ ਦੀ ਉਮਰ ਉਹਦੀ ਸਾਰੀ। ਔਰ ਬਿਲਕੁਲ ਅਸੀਂ ਪਹਿਲਾਂ ਵਾਂਗੂ ਦੇਖਦੇ ਪਏ ਕਿ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਉਹਨਾਂ ਤੋਂ ਪ੍ਰਭੂ ਨੇ ਵੱਡੇ ਵੱਡੇ ਕੰਮ ਕਰਾਏ। ਉਹਨਾਂ ਦਾ ਨਾਂ ਅੱਜ ਲਿਆ ਜਾਂਦਾ। ਕਿੰਨੇ ਅਬਰਾਹਮ ਨੂੰ ਯਾਦ ਕਰਨਾ ਸੀ, ਬੇਔਲਾਦਾ ਸੀ, ਮਰ ਮੁੱਕ ਜਾਣਾ ਸੀ, ਹੱਡੀਆਂ ਵੀ ਰੁਲ ਜਾਣੀਆਂ ਸੀ। ਬੇਔਲਾਦਾ ਕੀ, ਔਲਾਦਾਂ ਵਾਲਿਆਂ ਨੂੰ ਦਾ ਨਾਂ ਨਹੀਂ ਸਾਨੂੰ ਪਤਾ, ਕਿੱਥੇ ਗਏ ਤੇ ਕਿੱਥੇ ਆਏ, ਪਤਾ ਨਹੀਂ ਕਿੰਨੇ ਰਾਜੇ ਆਏ ਤੇ ਕਿੱਥੇ ਗਏ ਤੇ ਕਿੱਥੇ ਖਪ ਗਏ। ਲੇਕਿਨ ਜਿਸ ਨੂੰ ਪ੍ਰਭੂ ਚਾਹੁੰਦਾ, ਇਹ ਹੈ ਉਸ ਦੇ ਚੁਣਾਵ ਦਾ ਮਤਲਬ। ਜਿਸ ਨੂੰ ਪ੍ਰਭੂ ਚਾਹੁੰਦਾ ਔਰ ਜਿਸ ਨੂੰ ਪ੍ਰਭੂ ਨਿਯੁਕਤ ਕਰਦਾ ਆਪਣੇ ਕੰਮ ਦੇ ਲਈ, ਉਸ ਤੋਂ ਵੱਡੀ ਬਰਕਤ ਕੋਈ ਨਹੀਂ ਹੁੰਦੀ। ਬਹੁਤ ਉਚਾਈਆਂ ਨਮਾਈਆਂ ਆਉਂਦੀਆਂ, ਬਹੁਤ ਆਉਂਦੀਆਂ, ਪਰ ਪ੍ਰਭੂ ਦਾ ਸ਼ੁਕਰ, ਇੱਥੇ ਲਿਖਿਆ ਕਿ ਪ੍ਰਭੂ ਦਾ ਆਤਮਾ ਉਸ ਤੋਂ ਬਾਅਦ ਉਸਦੇ ਨਾਲ ਰਿਹਾ। ਸਾਊਲ ਦੇ ਨਾਲ ਕੀ ਲੱਗਾ ਹੁਣ? ਆਓ ਅਸੀਂ 14 ਆਇਤ ਤੋਂ ਲੈ ਕੇ ਅਸੀਂ ਅਖੀਰ ਤੱਕ ਹੁਣ ਪੜਾਂਗੇ। ਦਾਊਦ ਦਾ ਸਾਊਲ ਦੇ ਕੋਲ ਜਾਣਾ।
ਤਦ ਸਾਊਲ ਨੂੰ ਪ੍ਰਭੂ ਦੇ ਆਤਮਾ ਨੇ ਛੱਡ ਦਿੱਤਾ ਅਤੇ ਉਸ ਦੀ ਥਾਂ ਪ੍ਰਭੂ ਨੇ ਇੱਕ ਦੁਸ਼ਟ ਆਤਮਾ ਉੱਥੇ ਘੱਲ ਦਿੱਤਾ ਜੋ ਉਸ ਨੂੰ ਸਤਾਉਂਦਾ ਸੀ। ਉਸ ਦੇ ਨੌਕਰਾਂ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਦੁਆਰਾ ਘੱਲਿਆ ਦੁਸ਼ਟ ਆਤਮਾ ਤੁਹਾਨੂੰ ਸਤਾ ਰਿਹਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਇਹਨਾਂ ਦਾਸਾਂ ਨੂੰ ਆਗਿਆ ਦੇਵੋ ਕਿ ਅਸੀਂ ਜਾ ਕੇ ਇੱਕ ਚੰਗਾ ਪਰਬਤ ਵਜਾਉਣ ਵਾਲਾ ਲੱਭੀਏ। ਤਦ ਜਦੋਂ ਦੁਸ਼ਟ ਆਤਮਾ ਤੁਹਾਡੇ ਉੱਤੇ ਉਤਰ ਕੇ ਤੁਹਾਨੂੰ ਸਤਾਵੇਗੀ ਤਾਂ ਉਹ ਪਰਬਤ ਵਜਾਵੇਗਾ ਤੇ ਤੁਸੀਂ ਚੰਗੇ ਹੋ ਜਾਵੋਗੇ। ਸਾਊਲ ਨੇ ਉਹਨਾਂ ਨੂੰ ਆਗਿਆ ਦਿੱਤੀ, ਹਾਂ, ਤੁਸੀਂ ਮੇਰੇ ਲਈ ਇੱਕ ਚੰਗਾ ਵਜਾਉਣ ਵਾਲਾ ਮੇਰੇ ਕੋਲ ਲੈ ਆਵੋ। ਸਾਊਲ ਦੇ ਇੱਕ ਦਾਸ ਨੇ ਕਿਹਾ, ਮੈਂ ਬੈਤਲਹਮ ਨਗਰ ਦੇ ਜੱਸੀ ਨਾਂ ਦੇ ਇੱਕ ਆਦਮੀ ਦੇ ਪੁੱਤਰ ਦਾਊਦ ਨੂੰ ਜਾਣਦਾ ਹਾਂ, ਜੋ ਇੱਕ ਚੰਗਾ ਸੰਗੀਤਕਾਰ ਹੈ। ਉਹ ਦੇਖਣ ਵਿੱਚ ਵੀ ਸੁੰਦਰ ਹੈ। ਉਹ ਇੱਕ ਬਹਾਦਰ ਯੋਧਾ ਅਤੇ ਚੰਗਾ ਬੋਲਣ ਵਾਲਾ ਹੈ। ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਉਸਦੇ ਉੱਤੇ ਹੈ। ਸੋ ਸਾਊਲ ਨੇ ਜੱਸੀ ਕੋਲ ਸੰਦੇਸ਼ਵਾਹਕ ਇਹ ਕਹਿ ਕੇ ਘੱਲੇ, ਤੂੰ ਆਪਣੇ ਪੁੱਤਰ ਦਾਊਦ ਨੂੰ ਮੇਰੇ ਕੋਲ ਘੱਲ, ਜੋ ਤੇਰੀਆਂ ਭੇਡਾਂ ਦੀ ਰਖਵਾਲੀ ਕਰਦਾ ਹੈ। ਜੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਸਾਊਲ ਕੋਲ ਇਹਨਾਂ ਚੀਜ਼ਾਂ ਦੇ ਨਾਲ ਘੱਲਿਆ, ਇੱਕ ਭਠੋਰਾ, ਰੋਟੀਆਂ ਦਾ ਲੱਦਿਆ ਇੱਕ ਖੋਤਾ ਅਤੇ ਦਾਖਸਰ ਦੀ ਭਰੀ ਇੱਕ ਮਸ਼ਕ। ਸੋ ਦਾਊਦ ਸਾਊਲ ਦੇ ਕੋਲ ਪਹੁੰਚ ਗਿਆ ਅਤੇ ਉਸਦੀ ਸੇਵਾ ਕਰਨ ਲੱਗਾ। ਸਾਊਲ ਨੂੰ ਦਾਊਦ ਬਹੁਤ ਪਸੰਦ ਆਇਆ, ਇਸ ਲਈ ਦਾਊਦ ਨੂੰ ਉਸਨੇ ਆਪਣਾ ਹਥਿਆਰ ਚੁੱਕਣ ਵਾਲਾ ਬਣਾ ਲਿਆ। ਤਦ ਸਾਊਲ ਨੇ ਜੱਸੀ ਕੋਲ ਸੰਦੇਸ਼ ਘੱਲਿਆ, ਦਾਊਦ ਮੈਨੂੰ ਪਸੰਦ ਆ ਗਿਆ ਹੈ, ਇਸ ਨੂੰ ਤੂੰ ਮੇਰੀ ਸੇਵਾ ਕਰਨ ਲਈ ਇੱਥੇ ਹੀ ਰਹਿਣ ਦੇ। ਉਸ ਸਮੇਂ ਤੋਂ ਜਦੋਂ ਵੀ ਪਰਮੇਸ਼ਰ ਦੁਆਰਾ ਘੱਲੀ ਦੁਸ਼ਟ ਆਤਮਾ ਸਾਊਲ ਨੂੰ ਆ ਕੇ ਤੰਗ ਕਰਦੀ ਤਾਂ ਦਾਊਦ ਪਰਬਤ ਵਜਾਉਣ ਲੱਗ ਪੈਂਦਾ, ਜਿਸ ਨੂੰ ਸੁਣ ਕੇ ਦੁਸ਼ਟ ਆਤਮਾ ਸਾਊਲ ਨੂੰ ਛੱਡ ਕੇ ਚਲੀ ਜਾਂਦੀ ਅਤੇ ਸਾਊਲ ਤਾਜ਼ਾ ਦਮ ਲੱਗਣ ਲੱਗ ਪੈਂਦਾ ਅਤੇ ਚੰਗਾ ਹੋ ਜਾਂਦਾ ਸੀ। ਆਮੀਨ। ਦੇਖੋ ਹੁਣ ਪ੍ਰਭੂ ਦੇ ਕੰਮ ਇੱਥੋਂ ਪਤਾ ਲੱਗਦੀ ਕਿ ਜਿਹੜੀ ਪ੍ਰਭੂ ਦੀ ਬੁੱਧ ਆ ਉਹ ਸਾਡੀ ਬੁੱਧ ਤੋਂ ਕਿਤੇ ਅੱਗੇ। ਹੁਣ ਦਾਊਦ ਨੇ ਰਾਜਾ ਬਣਨਾ, ਹੁਣ ਭੇਡਾਂ ਕੁੱਟਣ ਵਾਲਾ ਤਾਂ ਰਾਜਾ ਬਣ ਨਹੀਂ ਸਕਦਾ। ਉਸਨੂੰ ਹੁਣ ਉਹ ਕਲਾ ਵੀ ਚਾਹੀਦੀ ਆ ਕਿ ਰਾਜਾ ਜਿਹੜਾ ਉਸਦੇ ਰਾਜੇ ਦੀਆਂ ਜ਼ਿੰਮੇਵਾਰੀਆਂ ਕੀ ਆ, ਰਾਜਾ ਕਿਸ ਤਰ੍ਹਾਂ ਰਾਜ ਚਲਾਉਂਦਾ, ਰਾਜਾ ਕਿਸ ਤਰ੍ਹਾਂ ਆਪਣੀਆਂ ਫੌਜਾਂ ਦੀ ਸੰਭਾਲ ਕਰਦਾ, ਰਾਜਾ ਕਿਸ ਤਰ੍ਹਾਂ ਜੰਗ ਤੇ ਜਾਂਦਾ, ਰਾਜਾ ਕਿਸ ਤਰ੍ਹਾਂ ਨਿਆਂ ਕਰਦਾ। ਉਹ ਸਾਰੇ ਰਾਜ ਪਾਠ ਦੀਆਂ ਚੀਜ਼ਾਂ ਹੁਣ ਉਸਨੂੰ ਸਿੱਖਣ ਦੀ ਜ਼ਰੂਰਤ ਹੈ। ਸੋ ਸਭ ਤੋਂ ਵੱਡਾ ਕਾਲਜ ਕਿੱਥੇ ਆ? ਉਹਨੇ ਸਾਊਲ ਕੋਲ ਘੱਲ ਦਿੱਤਾ। ਉਸਨੂੰ ਸਾਊਲ ਦੇ ਕੋਲ ਘੱਲ ਦਿੱਤਾ। ਉੱਥੇ ਉਸਨੇ ਦੋ ਚੀਜ਼ਾਂ ਸਿੱਖਣ ਦੇ ਲਈ ਘੱਲਿਆ ਕਿ ਕਿਹੜੇ ਕੰਮ ਤੂੰ ਕਰਨੇ ਆ ਤੇ ਕਿਹੜੇ ਨਹੀਂ ਕਰਨੇ, ਕਿਹੜੀਆਂ ਇਹਦੀਆਂ ਬੇਵਕੂਫੀਆਂ ਤੋਂ ਇਹਦੀਆਂ ਬੇਵਕੂਫੀਆਂ ਤੋਂ ਵੀ ਤੂੰ ਸਿੱਖਣਾ ਔਰ ਇਹਦੀਆਂ ਚੰਗਿਆਈਆਂ ਤੋਂ ਵੀ ਸਿੱਖਣਾ। ਸਾਊਲ ਦੇ ਵਿੱਚ ਸਾਰੀਆਂ ਚੀਜ਼ਾਂ ਗਲਤ ਨਹੀਂ ਸੀ। ਸਾਊਲ ਸਿਰਫ ਇਹ ਸੀ ਕਿ ਉਹਨੂੰ ਲੋਕਾਂ ਦਾ ਬਹੁਤ ਡਰ ਸੀ, ਲੋਕਾਂ ਤੋਂ ਬਹੁਤ ਡਰਦਾ ਸੀ। ਯਾਨੀ ਕਿ ਉਹ ਆਪਣੇ ਅੰਦਰ ਇਸ ਚੀਜ਼ ਨੂੰ ਜਜ਼ਬ ਨਹੀਂ ਕਰ ਸਕਿਆ ਸੀ ਕਿ ਪ੍ਰਭੂ ਨੇ ਮੈਨੂੰ ਰਾਜਾ ਬਣਾਇਆ। ਉਹ ਉਸ ਪੋਜੀਸ਼ਨ ਤੇ ਨਹੀਂ ਆ ਸਕਦਾ ਸੀ ਕਿਉਂਕਿ ਲੋਕਾਂ ਦੇ ਮੰਗਣ ਤੇ ਰਾਜਾ ਦਿੱਤਾ ਗਿਆ ਸੀ। ਔਰ ਉਸਦੇ ਰਾਹੀਂ ਦਾਊਦ ਨੂੰ ਹੁਣ ਸਿੱਖਣ ਦਾ ਮੌਕਾ ਮਿਲਿਆ। ਸਾਡਾ ਪ੍ਰਭੂ ਏਦਾਂ ਦੇ ਕੰਮ ਕਰਦਾ। ਉਸਦੇ ਕੰਮ ਅਜੀਬ ਹੁੰਦੇ, ਸਾਡੀ ਸਮਝ ਤੋਂ ਬਾਹਰ ਹੁੰਦੇ, ਜਿਸ ਲਈ ਉਹ ਆਪਣੇ ਕੰਮ ਕਰਦਾ। ਪਰ ਇੱਥੇ ਇੱਕ ਚੀਜ਼ ਕਿ ਜਿਸ ਵੇਲੇ ਦਾਊਦ ਦੇ ਉੱਤੇ ਪ੍ਰਭੂ ਦਾ ਆਤਮਾ ਉਤਰ ਰਿਹਾ ਤਾਂ ਉਹ ਦਾਊਦ ਨੂੰ ਉੱਚਾ ਠਾਲਦਾ ਪਿਆ ਆਪਣੇ ਭਰਾਵਾਂ ਦੇ ਵਿੱਚ, ਆਪਣੇ ਟੱਬਰ ਦੇ ਵਿੱਚ। ਉਸਦੇ ਭਰਾਵਾਂ ਨੂੰ ਪਤਾ ਹੈ ਕਿ ਕੀ ਹੋਇਆ ਇੱਥੇ ਬੈਤਲਹਮ ਦੇ ਵਿੱਚ। ਪਤਾ ਆ ਉਹਨਾਂ ਨੂੰ ਕਿ ਪ੍ਰਭੂ ਨੇ ਯਹੂਦਾ ਦੇ ਖਾਨਦਾਨ ਚ ਰਾਜਾ ਚੁਣ ਲਿਆ ਹੈ। ਔਰ ਦੂਜੇ ਪਾਸੇ ਕੀ ਹੋ ਰਿਹਾ? ਸਾਊਲ ਨੂੰ ਪ੍ਰਭੂ ਦੇ ਆਤਮਾ ਨੇ ਛੱਡ ਦਿੱਤਾ ਔਰ ਪ੍ਰਭੂ ਨੇ ਇੱਕ ਦੁਸ਼ਟ ਆਤਮਾ ਉਸਦੇ ਉੱਤੇ ਘੱਲਿਆ। ਨਾ ਇੱਥੇ ਇੱਕ ਚੀਜ਼ ਬਹੁਤ ਸਿੱਖਣ ਦੀ ਜ਼ਰੂਰਤ ਹੈ ਸਾਨੂੰ, ਕਿਉਂਕਿ ਪ੍ਰਭੂ ਦਾ ਵਚਨ ਆ ਔਰ ਪ੍ਰਭੂ ਦੇ ਲੋਕ ਕਹਿ ਰਹੇ ਆ, ਉਹਦੇ ਸੇਵਾਦਾਰ ਕਹਿ ਰਹੇ ਆ ਕਿ ਤੁਹਾਡੇ ਉੱਤੇ ਪ੍ਰਭੂ ਨੇ ਇੱਕ ਦੁਸ਼ਟ ਆਤਮਾ ਘੱਲ ਦਿੱਤਾ ਜਿਹੜਾ ਤੁਹਾਨੂੰ ਸਤਾਉਂਦਾ।
ਕਿਸੇ ਨੇ ਇੱਥੇ ਸ਼ੈਤਾਨ ਦਾ ਨਾਮ ਲਿਆ। ਔਰ ਸਾਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਕਿ ਸ਼ੈਤਾਨ ਨੂੰ ਅਸੀਂ ਕਿੰਨੀ ਕੁ ਤਾਕਤ ਦਈਏ, ਕਿਉਂਕਿ ਜਿੰਨਾ ਜ਼ਿਆਦਾ ਅਸੀਂ ਉਹਦਾ ਨਾਂ ਲੈਂਦੇ ਹਾਂ ਨਾ, ਜਿਹੜੀ ਚੀਜ਼ ਦਾ ਜਿੰਨਾ ਜ਼ਿਆਦਾ ਨਾਮ ਲੈਂਦੇ ਹਾਂ ਉਨੀ ਜ਼ਿਆਦਾ ਉਸਨੂੰ ਤਾਕਤ ਦਿੰਦੇ ਹਾਂ, ਓਨਾ ਜ਼ਿਆਦਾ ਉਸਨੂੰ ਮਹੱਤਤਾ ਦਿੰਦੇ ਹਾਂ, ਅਸੀਂ ਓਨਾ ਉਸਨੂੰ ਤਕੜਾ ਕਰਦੇ ਹਾਂ। ਚੰਗੀਆਂ ਤੇ ਬੁਰੀਆਂ ਆਤਮਾਵਾਂ ਦੋਨੋਂ ਪ੍ਰਭੂ ਦੇ ਹੱਥ ਦੇ ਵਿੱਚ। ਚੰਗੀਆਂ ਆਤਮਾਵਾਂ ਦੇ ਵਿੱਚ ਪ੍ਰਭੂ ਦੇ ਫਰਿਸ਼ਤੇ ਜਿਹੜੇ ਉਸਦੇ ਆਗਿਆਕਾਰੀ ਉਹ ਆਉਂਦੇ, ਔਰ ਡਿੱਗਿਆ ਹੋਇਆਂ ਦੇ ਵਿੱਚ ਸ਼ੈਤਾਨ ਤੇ ਉਸਤੇ ਨਾਲ ਜਿਹੜੇ ਡਿਗੇ ਸੀਗੇ ਉਹ ਆਉਂਦੇ ਪਏ, ਔਰ ਸ਼ੈਤਾਨ ਦੇ ਥੱਲੇ ਨਹੀਂ ਗਏ, ਉਹ ਸ਼ੈਤਾਨ ਦੇ ਥੱਲੇ ਨਹੀਂ ਗਏ। ਅਗਰ ਉਹਨਾਂ ਨੂੰ ਮੌਕਾ ਮਿਲੇ ਤਾਂ ਉਹ ਸ਼ੈਤਾਨ ਨੂੰ ਵੀ ਪਾੜ ਕੇ ਦੋ ਹਿੱਸਿਆਂ 'ਚ ਕਰ ਦੇਣ, ਕਿਉਂਕਿ ਉਹਦੇ ਕਾਰਨ ਉਹ ਡਿੱਗੇ। ਇਹ ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਜਿੰਨਾ ਅਸੀਂ ਉਸਨੂੰ ਤਕੜਾ ਬਣਾ ਦਿੰਦੇ ਹਾਂ ਨਾ, ਓਨਾ ਉਹ ਹੈ ਨਹੀਂ, ਔਰ ਜਿੰਨਾ ਕੁਛ ਅਸੀਂ ਉਸਦੇ ਅੰਡਰ ਕਰ ਦਿੰਦੇ ਹਾਂ ਓਨਾ ਕੁਛ ਉਹਦੇ ਕੋਲ ਹੈ ਨਹੀਂ। ਸੋ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਇੱਕ ਐਸਾ ਆਤਮਾ ਘੱਲਿਆ ਜਿਹੜਾ ਕਿ ਹੁਣ ਉਸਨੂੰ ਦਿਨ ਰਾਤ ਸਤਾਉਂਦਾ ਸੀ, ਔਰ ਉਸਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਏਦਾਂ ਕਰੋ ਕਿ ਇੱਕ ਚੰਗਾ ਬਰਬਤ ਵਜਾਉਣ ਵਾਲਾ ਬੁਲਾਓ, ਜਿਹੜਾ ਤੁਹਾਡੇ ਲਈ ਵਜਾਏਗਾ, ਔਰ ਫਿਰ ਤੁਹਾਨੂੰ ਇਸ ਆਤਮਾ ਤੋਂ ਛੁਟਕਾਰਾ ਮਿਲੇਗਾ। ਇਟ ਵਾਸ ਨਾਟ ਅਬਾਊਟ ਦ ਬਰਬਤ। ਇੱਥੇ ਬਹੁਤ ਸਾਰੇ ਲੋਕ ਇਸਨੂੰ ਵਰਸ਼ਿਪ ਦਾ ਐਂਗਲ ਦੇ ਦਿੰਦੇ। ਵਰਸ਼ਿਪ ਇਜ਼ ਗੁੱਡ, ਵਰਸ਼ਿਪ ਇਜ਼ ਡਨ। ਵਰਸ਼ਿਪ ਜਿਹੜੀ ਆ ਉਹ ਮੇਰੇ ਮਨ ਤਨ ਆਤਮਾ ਦੀ ਅਵਸਥਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਉਹ ਮੈਂ ਆਪਣੇ ਪ੍ਰਭੂ ਦੀ ਵਰਸ਼ਿਪ ਕਰ ਰਿਹਾ, ਮੈਂ ਕਿਸੇ ਦੇ ਲਈ ਨਹੀਂ ਕਰ ਰਿਹਾ, ਉਹ ਮੈਂ ਆਪਣੇ ਪ੍ਰਭੂ ਦੀ ਵਰਸ਼ਿਪ ਕਰ ਰਿਹਾ। ਇੱਥੇ ਜਿਹੜੀ ਚੀਜ਼ ਮੇਨ ਚੀਜ਼ ਉਹ ਇਹ ਆ ਕਿ ਜਿਸਲੇ ਦਾਊਦ ਦੀ ਪ੍ਰੈਜ਼ੈਂਸ, ਜਿੰਨੀ ਦੇਰ ਤੱਕ ਦਾਊਦ ਦੀ ਪ੍ਰੈਜ਼ੈਂਸ ਸਾਊਲ ਦੇ ਆਲੇ ਦੁਆਲੇ ਰਹਿੰਦੀ ਸੀ ਤਾਂ ਉਹ ਆਤਮਾ ਉਸਨੂੰ ਤੰਗ ਨਹੀਂ ਸੀ ਕਰਦੀ, ਔਰ ਜਿਸ ਵੇਲੇ ਦਾਊਦ ਚਲਿਆ ਜਾਂਦਾ ਸੀ ਤਾਂ ਉਹ ਆਤਮਾ ਹੌਲੀ ਹੌਲੀ ਫਿਰ ਆ ਕੇ ਉਹਦੇ ਉੱਤੇ ਆਪਣਾ ਘਰ ਕਰ ਲੈਂਦਾ ਸੀ, ਉਸਨੂੰ ਫਿਰ ਸਤਾਉਂਦਾ ਸੀ, ਕਿਉਂਕਿ ਦਾਊਦ ਦੇ ਕੋਲ ਪ੍ਰਭੂ ਦਾ ਆਤਮਾ ਹੈ, ਉਹਦੇ ਕੋਲ ਪਵਿੱਤਰ ਆਤਮਾ ਹੈ, ਔਰ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਉਹ ਭਰਿਆ ਪਿਆ। ਔਰ ਇਸ ਕਰਕੇ ਜਿਸ ਵੇਲੇ ਉਹ ਸਾਊਲ ਦੀ ਪ੍ਰੈਜ਼ੈਂਸ ਦੇ ਵਿੱਚ ਜਾਂਦਾ ਤੇ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਕਾਰਨ ਉਹ ਬੁਰਾ ਆਤਮਾ ਉੱਥੋਂ ਚਲਾ ਜਾਂਦਾ। ਉਹ ਜਿਹੜਾ ਸਾਊਲ ਉਹ ਸੌਂ ਸਕਦਾ, ਉਹ ਨਾਰਮਲ ਆ, ਪਰ ਜਿਸ ਵੇਲੇ ਵੀ ਉਹ ਆਤਮਾ ਵਾਪਸ ਆਉਂਦਾ ਆ ਤੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਸੇ ਵੇਲੇ ਉਹ ਦਾਊਦ ਨੂੰ ਬੁਲਾਉਂਦਾ। ਦੇਖੋ ਇੱਕ ਚੀਜ਼ ਦੇ ਨਾਲ ਪ੍ਰਭੂ ਕਿੰਨੇ ਕੰਮ ਕਰਦਾ ਪਿਆ। ਪ੍ਰਭੂ ਨੇ ਆਪਣੇ ਲਈ ਰਾਜਾ ਵੀ ਚੁਣ ਲਿਆ, ਇਜ਼ਰਾਈਲ ਦੇ ਲਈ ਰਾਜਾ ਵੀ ਚੁਣ ਲਿਆ। ਪ੍ਰਭੂ ਨੇ ਉਸਦੀ ਟ੍ਰੇਨਿੰਗ ਵੀ ਸ਼ੁਰੂ ਕਰ ਦਿੱਤੀ। ਪ੍ਰਭੂ ਨੇ ਸਾਊਲ ਨੂੰ ਵੀ ਦਿਖਾ ਦਿੱਤਾ ਕਿ ਤੂੰ ਮੈਨੂੰ ਛੱਡ ਕੇ, ਜਿਹੜਾ ਤੂੰ ਮੈਨੂੰ ਛੱਡਿਆ, ਤੇ ਉਸਦਾ ਰਿਜ਼ਲਟ ਕੀ ਹੈ। ਪ੍ਰਭੂ ਦਾਊਦ ਨੂੰ ਵੀ ਸਿਖਾਉਂਦਾ ਪਿਆ ਕਿ ਦੇਖ, ਇਸਨੇ ਮੇਰੇ ਹੁਕਮ ਨੂੰ ਨਹੀਂ ਮੰਨਿਆ, ਇਸ ਇਨਸਾਨ ਨੇ ਮੇਰੇ ਹੁਕਮ ਨੂੰ ਨਹੀਂ ਮੰਨਿਆ। ਮੈਂ ਇਸ ਨੂੰ ਸਭ ਤੋਂ ਛੋਟੇ ਕਬੀਲੇ ਦੇ ਵਿੱਚੋਂ ਸੀ, ਬਿਨਯਾਮੀਨ ਦੇ ਕਬੀਲੇ ਚ, ਔਰ ਸਭ ਤੋਂ ਛੋਟਾ ਕਬੀਲਾ ਕਿਉਂ ਸੀ? ਕਿਉਂਕਿ ਇਸ ਕਬੀਲੇ ਨੇ ਪਹਿਲੀ ਸਿਵਲ ਵਾਰ ਜਿਹੜੀ ਹੋਈ ਸੀ, ਜਿਹੜੀ ਆਪਸ ਦੇ ਵਿੱਚ ਇਜ਼ਰਾਈਲੀ ਲੜੇ ਸੀ, ਉਹ ਬਿਨਯਾਮੀਨ ਦੇ ਕਬੀਲੇ ਨੇ ਛੇੜੀ ਸੀ। ਜਿਸ ਵੇਲੇ ਇੱਕ ਜਿਹੜਾ ਸੀਗਾ ਇੱਕ ਲੇਵੀ ਸੀਗਾ, ਔਰ ਉਸਦੀ ਰਖੈਲ ਨੂੰ ਉਹਨਾਂ ਨੇ ਮਾਰ ਦਿੱਤਾ ਸੀਗਾ, ਉਸਦੇ ਨਾਲ ਇਹਨਾਂ ਨੇ ਗੰਦਾ ਕੰਮ ਕੀਤਾ ਸੀ, ਉਹ ਮਰ ਗਈ ਸੀਗੀ।
और उस लेवी ने उसके 12 टोटे करके सारे कबीलियां नूं घाल दिते सी। उसने उसनूं दफनाया नहीं। और जद उन्होंने अपनियां फौजां इकट्ठियां कीतियां, उन्होंने कहा कि साडे हवाले वो बंदे कर दिओ जिन्हां ने ये घिनौना काम कीता। ते उन्होंने कहा कि नहीं, कम एंड गेट इट। जो बहुत साडे च हौसला ते आके ਉਹ ਹਾਲੇ ਤੱਕ ਇਸ ਚੀਜ਼ ਦਾ ਵਿਚਾਰ ਕਰਦੇ ਪਏ ਆ ਕਿ ਅਸੀਂ ਆਪਣੇ ਭਰਾਵਾਂ ਤੇ ਹਮਲਾ ਕਰੀਏ ਜਾਂ ਨਾ ਕਰੀਏ। ਅਸੀਂ ਸਾਰੇ ਯਾਕੂਬ ਦੀ ਸੰਤਾਨ ਆ, ਅਸੀਂ ਇਹ ਕਰੀਏ ਜਾਂ ਨਾ ਕਰੀਏ। ਤਾਂ ਉਹਨਾਂ ਨੇ ਹਮਲਾ ਵੀ ਕਰ ਦਿੱਤਾ ਸੀ। ਔਰ ਉਸ ਦਿਨ ਉਹਨਾਂ ਨੇ 40,000 ਤੋਂ ਜ਼ਿਆਦਾ ਲੋਕ ਮਾਰੇ ਸੀ। 60,000 ਤੋਂ ਜ਼ਿਆਦਾ ਜਿਸਲੇ ਲੋਕ ਮਾਰ ਦਿੱਤੇ ਉਹਨਾਂ ਨੇ ਬਿਨਯਾਮੀਨ ਦੇ ਕਬੀਲੇ ਨੇ, ਤਾਂ ਫਿਰ ਉਹਨਾਂ ਨੇ ਹਮਲਾ ਕਰਕੇ ਤਾਂ ਉਹਨਾਂ ਦੇ ਵਿੱਚ ਸਿਰਫ 400 ਮਰਦ ਰਹਿ ਗਏ ਸੀ। और फिर उन्होंने फिर उत्थे शौक दे विच आ गए कि वाहो, असीं तां अपना एक कबीला मार सिटिया, हुण असीं की करिए। फिर उन्होंने पत्नियां दित्तियां और फिर उस कबीले नूं हौली 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 उन्होंने वधाया। सो गिनती दे विच भी वो घट है, गिनती दे विच भी वो इन्ने ज्यादा नहीं, पाप विच भी वो सब तो अगे आ। पर प्रभु ने उत्थों सौल नूं चुनिया सी और राजा बनाया। लेकिन उसदे कोल उन्हें प्रभु की आज्ञाकारी नहीं की। उसने पैर पैर ते प्रभु की आज्ञाकारी की। लोकां ने उसनूं अपना राजा भी नहीं सी मन्निया। कहंदे ये कि किदां हो सकदा। प्रभु ने फिर उसनूं जित्तां देणियां शुरू कीतियां, एक तो बाद दूजी जित दित्ती। उन्हां दे नाल लोकां दे विच उसदा उसने माण बनाया, उसदे पुत्र दा माण बनाया, योनाथन दा। लेकिन उसने फिर भी प्रभु का रास्ता नहीं चुना। असं की देखते पे हैं कि दाऊद नूं प्रभु ने चुन लिया, जो अपने घर दे विच सब तो छोटा, ताकि उसनूं हमेशा याद रहे ना कौन, उसनूं हमेशा ही चेते रहे। और उसने चेते रखा भी, ऐसी गल नहीं, उसने चेते रखा। और साउल दे उत्ते उसने बुरा आत्मा कर लिया। सो हुण दाऊद सिखदा पिया आ दो तरीकिਆਂ ਦੇ ਨਾਲ कि एक तो वह सिखदा पिया राज प्रबंध किदां करना, और दूसरा प्रभु की आज्ञाकारी किदां करनी। आज्ञाकारी दियां बरकतां वो देख रहा ते आज्ञाकारी दियां कि मैनू किसी कारण करके मैनू प्रभु ने इस करके नहीं चुनिया कि मेरे च कोई भलाई, मैं तो योग भी नहीं सी, पर प्रभु ने मैनू चुनिया। सो दाऊद ये कह सके। और दाऊद ने ये क्या भी, जिसलिए असीं साम 23 पढ़ते हैं। आओ, ये उसकी सारी जिंदगी का जबूर है। जिहड़ा जबूर 23 है ना, ये उसकी सारी जिंदगी का जबूर। दाऊद की सारी जिंदगी इस छोटे जे जबूर च भरी पई। जिहड़ा अगर शोट किसी ने देखना होवे ना कि हु वाज किंग डेविड, ते साम 23, आओ इसनूं पढ़िए। कल नूं आपां इस अगे बढ़न तो पहला असीं कल नूं भजन 39, भजन 8 ते 19 पढ़ांगे, फिर आपां अगे बढ़ांगे। सो आओ सब तो पहला इस नूं देखिए। 23वां जबूर, पन्ना है 845, पहलियां इस सिर्फ 6 आयतां इसदियां, जिसनूं मिल जाए पढ़ दे। मैं पढ़ दूंगी। जो है मेरी बात। प्रभु मेरा चरवाहा, प्रभु मेरा चरवाहा है, मैनू किसी चीज की थोड़ नहीं होगी। वो मैनू हरियां हरियां चरगाहां विच बिठाउंदा है, वो मैनू सुखदायक पानियां कोल ले जांदा है। वो मेरे मन नू ताज़ा करदा है, वो अपने नां दी खातर मैनू ठीक राह ते चलाउंदा है। बेशक मैं मौत दी वादी विचों भी क्यों ना लंघां, मैं नहीं डरांगा। तू मेरे नाल है, तेरी सोटी अते तेरी लाठी मैनू सहारा दिंदियां हन। मेरे वैरियां दे ठीक सामने तू मेरे लिए भोज तैयार कीता है। तू मेरा सब तो वध के स्वागत कीता है।
ਮੇਰਾ ਕੱਪ ਮੂੰਹੋਂ ਮੂੰਹ ਭਰਿਆ ਪਿਆ ਹੈ। ਸੱਚਮੁੱਚ ਭਲਾਈ ਅਤੇ ਦਇਆ ਜੀਵਨ ਭਰ ਮੇਰੇ ਨਾਲ ਰਹਿਣਗੀਆਂ। ਮੈਂ ਪ੍ਰਭੂ ਦੇ ਘਰ ਵਿੱਚ ਹਮੇਸ਼ਾ ਤੱਕ ਵਾਸ ਕਰਾਂਗਾ। ਹਮੇਸ਼ਾ ਤੱਕ ਵਾਸ ਕਰਾਂਗਾ। ਇਹ ਸਾਰੀ ਜ਼ਿੰਦਗੀ ਦਾ ਨਿਚੋੜ ਆ ਉਹਦੀ ਦਾ। ਇਹ ਜ਼ਬੂਰ ਜਿਹੜਾ ਅਸੀਂ ਪੜ੍ਹਿਆ ਇੱਥੇ, ਹਾਲੇ ਦਾਊਦ ਦਾ ਸ਼ੁਰੂ ਹੋਇਆ ਤਾਂ ਅਸੀਂ ਇਸ ਨੂੰ ਪੜ੍ਹਿਆ, ਔਰ ਜਿਸਲੇ ਦਾਊਦ ਦੀ ਮੌਤ ਹੋਣੀ ਹੈ ਉਸ ਵੇਲੇ ਵੀ ਅਸੀਂ ਪੜ੍ਹਨਾ। ਇਹ ਸਾਰੀ ਜ਼ਿੰਦਗੀ ਦਾ ਨਿਚੋੜ ਆ ਉਹਦਾ ਕਿ ਕਿਸ ਤਰ੍ਹਾਂ ਉਸਨੂੰ, ਕਿੰਨੀ ਸਿੰਪਲ ਉਸਨੇ ਉਦਾਹਰਨ ਲਈ, ਭੇਡਾਂ ਵਿਚਾਰਾ ਚਾਰਦਾ ਸੀਗਾ ਔਰ ਉੱਥੋਂ ਉਸਨੇ ਉਦਾਹਰਨ ਚੁੱਕੀ, ਪ੍ਰਭੂ ਮੇਰਾ ਚਰਵਾਹਾ। ਦੈਟਸ ਇਟ। ਉਸ ਤੋਂ ਬਾਅਦ ਉਹ ਕੀ ਕਰ, ਉਸਨੇ ਕੀ ਕੀਤਾ, ਉਸਨੇ ਕੀ ਕੀਤਾ, ਉਸਨੇ ਕੀ ਕੀਤਾ, ਉਸਨੇ ਕੀ ਕੀਤਾ, ਉਸਨੇ ਕੀ ਕੀਤਾ। ਉਸਦੀ ਭਲਾਈ ਤੋਂ ਬਾਅਦ ਭਲਾਈ, ਭਲਾਈ ਤੋਂ ਬਾਅਦ ਭਲਾਈ ਅਸੀਂ ਦੇਖਦੇ ਪਏ ਹਾਂ ਕਿ ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਕੇ ਜਾਂਦਾ ਹੈ, ਉਹ ਮੇਰੇ ਮਨ ਨੂੰ ਤਾਜ਼ਾ ਕਰਦਾ ਹੈ, ਉਹ ਆਪਣੇ ਨਾਮ ਦੀ ਖਾਤਰ ਮੈਨੂੰ ਠੀਕ ਰਾਹਾਂ ਤੇ ਚਲਾਉਂਦਾ ਹੈ। Isn't that amazing? ਆਪਣੇ ਨਾਮ ਦੀ ਖਾਤਰ, ਕਿਉਂਕਿ ਸਾਡੇ ਨਾਮ ਦੇ ਨਾਲ ਅਸੀਂ, ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੱਤਾ ਹੈ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਦੇ ਵਿੱਚ ਆਪਣੀ ਜ਼ਿੰਦਗੀ ਦਿੱਤੀ ਹੋ, ਜਿਨ੍ਹਾਂ ਨੇ ਬਪਤਿਸਮੇ ਦੇ ਰਾਹੀਂ ਉਸਦੇ ਖੂਨ ਦੇ ਵਿੱਚ ਆਪਣੇ ਆਪ ਨੂੰ ਛੁਪਾਇਆ ਹੈ, ਉਹ ਆਪਣੇ ਨਾਮ ਦੀ ਕਦਰ ਕਰਦਾ, ਆਪਣੇ ਨਾਮ ਦੀ ਖਾਤਰ, ਤਾਂ ਕਿ ਉਹਦੇ ਨਾਮ ਨੂੰ ਦਾਗ ਨਾ ਲੱਗੇ। ਸਾਨੂੰ ਉਹ ਸਹੀ ਰਸਤਿਆਂ ਤੇ ਚਲਾਉਂਦਾ, ਸਹੀ ਫੈਸਲੇ ਕਰਨ ਦੀ ਤਾਕਤ ਦਿੰਦਾ। ਬੇਸ਼ੱਕ ਮੌਤ ਦੀ ਵਾਦੀ ਦੇ ਵਿੱਚੋਂ ਦੀ ਮੈਂ ਕਿਉਂ ਨਾ ਲੰਘਾਂ, ਮੈਂ ਨਹੀਂ ਡਰਾਂਗਾ, ਕਿਉਂਕਿ ਤੂੰ ਮੇਰੇ ਨਾਲ ਹੈ, ਤੇਰੀ ਸੋਟੀ ਤੇਰੀ ਲਾਠੀ ਮੈਨੂੰ ਸਹਾਰਾ ਦਿੰਦੀ ਹੈ। ਭਾਵੇਂ ਜਿੱਦਾਂ ਦੇ ਮਰਜ਼ੀ ਔਖੇ ਰਸਤੇ ਦੇ ਵਿੱਚ ਦੀ ਮੈਂ ਕੱਢਾਂ। ਇਸ ਵੇਲੇ ਦਾਊਦ, ਜੇ ਅਸੀਂ ਇਹ ਕਹੀਏ ਤੇ ਵੈਰੀ ਦੇ ਦੰਦਾਂ ਥੱਲੇ ਬੈਠਾ ਆ। ਜੇ ਸਾਊਲ ਨੂੰ ਇਸ ਚੀਜ਼ ਦਾ ਪਤਾ ਲੱਗ ਜਾਏ ਕਿ ਇਹਨੂੰ ਚੁਣਿਆ ਪ੍ਰਭੂ ਨੇ, ਔਰ ਗਾਂ ਉਸਨੂੰ ਪਤਾ ਲੱਗ ਵੀ ਜਾਣਾ ਹੈ, ਉਹ ਇਸ ਨੂੰ, ਬੱਚੇ ਨੂੰ ਇੱਥੋਂ ਹੀ ਖਤਮ ਕਰ ਸਕਦਾ। ਪਰ ਪ੍ਰਭੂ ਨੇ ਆਪਣੀ ਪਵਿੱਤਰ ਆਤਮਾ ਦੇ ਰਾਹੀਂ ਜੱਸੀ ਦੇ ਟੱਬਰ ਨੂੰ ਇੰਨਾ ਹੌਸਲਾ ਦਿੱਤਾ ਹੈ ਕਿ ਉਹਨਾਂ ਨੇ ਆਪਣੇ ਛੋਟੇ ਪੁੱਤਰ ਨੂੰ ਘੱਲ ਦਿੱਤਾ ਕਿ ਜਿਸ ਨੇ ਤੈਨੂੰ ਚੁਣਿਆ ਉਹ ਤੈਨੂੰ ਬਚਾਏਗਾ। ਜਿਸ ਨੇ ਤੈਨੂੰ ਚੁਣਿਆ ਉਹ ਤੈਨੂੰ ਬਚਾਏਗਾ। ਔਰ ਉਹ ਵੀ ਪੂਰੀ ਪ੍ਰਭੂ ਦੇ ਰਹਿਣ ਦੇ ਨਾਲ ਉਹਦੇ ਘਰ, ਸਾਊਲ ਦੇ ਘਰ, ਸਾਊਲ ਦੇ ਮਹਿਲ ਦੇ ਵਿੱਚ ਪਹੁੰਚਿਆ। ਅੱਗੇ ਦੇਖੋ, ਮੇਰੇ ਵੈਰੀਆਂ ਦੇ ਠੀਕ ਸਾਹਮਣੇ ਤੂੰ ਮੇਰੇ ਲਈ ਭੋਜ ਤਿਆਰ ਕੀਤਾ ਹੈ, ਤੂੰ ਮੇਰਾ ਸਭ ਤੋਂ ਵੱਧ ਕੇ ਸਵਾਗਤ ਕੀਤਾ ਹੈ, ਮੇਰਾ ਕੱਪ ਮੂੰਹੋਂ ਮੂੰਹ ਭਰਿਆ ਪਿਆ। ਪ੍ਰਭੂ ਦਾ ਚੁਣਾਵ, ਤੂੰ ਮੈਨੂੰ ਚੁਣੇ, ਤੂੰ ਮੇਰਾ ਸਵਾਗਤ ਕੀਤਾ ਮੇਰੇ ਵੈਰੀਆਂ ਦੇ ਸਾਹਮਣੇ। ਵੱਲ ਭਰਾਵਾਂ ਦੇ ਕੰਮ ਅਸੀਂ ਕਹਾਂ ਦੇਖਣੇ ਉਹਦੇ ਆਂਦੇ, ਲੇਕਿਨ ਮੇਰੇ ਵੈਰੀਆਂ ਦੇ ਠੀਕ ਸਾਹਮਣੇ ਤੂੰ ਮੇਰਾ ਲਈ ਭੋਜ ਤਿਆਰ ਕੀਤਾ। ਸਾਰੇ ਮੇਰੇ ਭਰਾ ਆਲੇ ਦੁਆਲੇ ਖੜੇ ਸੀ, ਔਰ ਮੈਂ 15 ਸਾਲ ਦਾ ਬੱਚਾ ਉੱਥੇ ਜਾ ਕੇ ਖੜਾ, ਔਰ ਮੇਰੇ ਸਿਰ ਦੇ ਉੱਤੇ ਰਾਜਾ ਹੋਣ ਦੇ ਲਈ ਪ੍ਰਭੂ ਦੀ ਚੁਣੀ ਹੋਈ ਕੌਮ, ਅਬਰਾਹਮ ਦੀ ਸੰਤਾਨ, ਯਾਕੂਬ ਦਾ ਘਰਾਨਾ, 12 ਕਬੀਲਿਆਂ ਦਾ ਰਾਜਾ ਤੂੰ ਮੈਨੂੰ ਬਣਾ ਰਿਹਾ। ਤੂੰ ਮੇਰਾ ਸਭ ਤੋਂ ਵੱਧ ਕੇ ਸਵਾਗਤ ਕੀਤਾ। ਬਾਪ ਨੇ ਤਾਂ ਉੱਥੇ ਖੇਤਾਂ 'ਚ ਛੱਡ ਦਿੱਤਾ ਸੀ, ਤੂੰ ਮੇਰਾ ਸਭ ਤੋਂ ਵੱਧ ਕੇ ਸਵਾਗਤ ਕੀਤਾ। ਮੇਰਾ ਕੱਪ ਮੂੰਹੋਂ ਮੂੰਹ ਭਰਿਆ ਪਿਆ ਹੈ। ਸੱਚਮੁੱਚ ਭਲਾਈ ਤੇ ਦਇਆ ਜੀਵਨ ਭਰ ਮੇਰੇ ਨਾਲ ਰਹਿਣਗੀਆਂ, ਔਰ ਮੈਂ ਪ੍ਰਭੂ ਦੇ ਘਰ ਵਿੱਚ ਹਮੇਸ਼ਾ ਤੱਕ ਵਾਸ ਕਰਾਂਗਾ। ਆਪਣੀ ਮੁਕਤੀ ਦੀ ਜੋ ਮਹਿਕ ਉਸ ਨੂੰ ਪਵਿੱਤਰ ਆਤਮਾ ਤੋਂ ਆ ਰਹੀ, ਉਸ ਮੁਕਤੀ ਦੀ ਮੈਂ, ਉਹ ਲਹੂ
ਜੋ ਵਜ਼ਨ ਦੇ ਬਾਗ ਤੋਂ ਚੱਲਿਆ ਹੈ, ਉਸ ਨੂੰ ਮੁਕਤੀ ਤੇ ਪ੍ਰਭੂ ਦੇ ਘਰ ਦਾ ਜਿਹੜਾ ਰਹਿਮ, ਉਸ ਦੀ ਮਹਿਕ ਵੀ ਉਸ ਨੂੰ ਦੇ ਰਿਹਾ। What a wonderful chapter. ਅਬਰਾਹਮ ਨੂੰ ਜਿਸ ਲਈ ਪ੍ਰਭੂ ਨੇ ਚੁਣਿਆ ਤੇ ਉਹ ਕਮਜ਼ੋਰ ਸੀ। ਜਿਸ ਵੇਲੇ ਦਾਊਦ ਨੂੰ ਚੁਣਿਆ ਤੇ ਉਹ ਹਲੇ ਬੱਚਾ ਸੀ। ਇਸ ਤਰ੍ਹਾਂ ਦੇ ਵੱਡੇ ਵੱਡੇ ਕੰਮ ਪ੍ਰਭੂ ਨੇ ਕੀਤੇ, ਜਿਹੜੇ ਅਜੀਬ। ਇਹਨਾਂ ਕੰਮਾਂ ਦੇ ਲਈ ਪ੍ਰਭੂ ਨੇ ਸਾਨੂੰ ਚੁਣਿਆ, ਵੱਖਰੇ ਕੀਤਾ। ਮੇਰੀ ਦੁਆ ਕਿ ਅਸੀਂ ਹਮੇਸ਼ਾ ਆਪਣੇ ਚੁਣਾਵ ਦੇ ਲਈ ਪ੍ਰਭੂ ਦੇ ਸ਼ੁਕਰਗੁਜ਼ਾਰ ਰਹੀਏ। ਸ਼ੁਕਰਗੁਜ਼ਾਰ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਭਲਾ ਆ ਪ੍ਰਭੂ, ਭਲਾ ਆ। ਤੇਰੀ ਭਲਾਈ ਦਾ ਕੋਈ ਅੰਤ ਨਹੀਂ। ਖੁਦਾਵੰਦ, ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਇੱਕ ਵਾਰ ਫਿਰ ਸ਼ੁਕਰ ਕਰਦੇ ਹਾਂ ਇਸ ਚੁਣਾਵ ਦੇ ਲਈ ਜੋ ਤੂੰ ਸਾਡਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਕੀਤਾ। ਉਹ ਆਪਣਿਆਂ ਦੇ ਕੋਲ ਆਇਆ, ਪਰ ਆਪਣਿਆਂ ਨੇ ਉਸਨੂੰ ਸਵੀਕਾਰ ਨਾ ਕੀਤਾ, ਪਰ ਜਿਨ੍ਹਾਂ ਨੇ ਉਸਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਇਸ ਦੇ ਲਈ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਪਿਆਰੇ ਪ੍ਰਭੂ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਣ ਦੇ ਕਿ ਅਸੀਂ ਇਸ ਚੁਣਾਵ ਦੀ ਹਮੇਸ਼ਾ ਕਦਰ ਕਰੀਏ ਔਰ ਤੇਰੇ ਦੱਸੇ ਹੋਏ ਰਸਤਿਆਂ ਦੇ ਉੱਤੇ ਚੱਲੀਏ। ਸਾਡੇ ਸਜ਼ਾ ਤੱਕ ਅਸੀਂ ਦੁਆਰਾ ਮਿਲੀਏ। ਸਾਡੇ ਸਭ ਦੇ ਨਾਲ ਤੂੰ ਬਣਿਆ ਰਹੇ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣੇ। ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਅਸੀਂ ਦੇਖਾਂਗੇ ਕਿ ਪ੍ਰਭੂ ਹੁਣ ਕਿਸ ਤਰ੍ਹਾਂ ਦਾਊਦ ਨੂੰ ਚਮਕਾਉਂਦਾ, ਕਿੱਦਾਂ ਲੋਕਾਂ ਦੇ ਵਿੱਚ ਉਸ ਨੂੰ ਚਮਕਾਉਂਦਾ ਔਰ ਉਸ ਨੂੰ ਜਿਸ ਲਈ ਰਾਜਾ ਉਸਨੇ ਬਣਨਾ ਲੋਕਾਂ ਨੇ ਇੰਤਜ਼ਾਰ ਕਰਦੇ ਹੋਣਾ। ਬਲੈਸ ਯੂ।